ਇੱਕ ਵਾਰ ਮਹਾਤਮਾ ਬੁੱਧ ਆਪਣੇ ਸ਼ਾਗਿਰਦਾਂ ਨਾਲ ਬੈਠੇ ਸਨ। ਇੱਕ ਇਨਸਾਨ ਉਹਨਾਂ ਕੋਲ ਆਉਂਦਾ ਹੈ। ਉਹ ਕਿਸੇ ਦੁਬਿਧਾ ਵਿੱਚ ਫਸਿਆ ਹੋਇਆ ਹੈ। ਮਹਾਤਮਾ ਉਸ ਦੀ ਪਰੇਸ਼ਾਨੀ ਸਮਝ ਜਾਂਦੇ ਨੇ ਤੇ ਆਪਣੇ ਕੋਲ ਬੁਲਾਉਂਦੇ ਨੇ। ਬੁੱਧ ਉਸ ਇਨਸਾਨ ਨੂੰ ਪੁੱਛਦੇ ਹਨ ਕਿ ਕੀ ਤਕਲੀਫ ਹੈ। ਉਹ ਇਨਸਾਨ ਕਹਿੰਦਾ ਹੈ ਕਿ ਜੀ ਮੈਨੂੰ ਇੱਕ ਸਵਾਲ ਦਾ ਜਵਾਬ ਚਾਹੀਦਾ ਹੈ। ਮਹਾਤਮਾ ਕਹਿੰਦੇ ਨੇ ਕਿ ਪੁੱਛ ਕੀ ਪੁੱਛਣਾ ਹੈ। ਉਹ ਇਨਸਾਨ ਪੁੱਛਦਾ ਹੈ ਕਿ ਹੇ ਮਹਾਤਮਾ, ਮੈਨੂੰ ਇਹ ਦੱਸੋ ਕਿ ਭਗਵਾਨ ਹੈ ਜਾਂ ਨਹੀਂ ਹੈ। ਬੁੱਧ ਉਸ ਦਾ ਸਵਾਲ ਸੁਣ ਕੇ ਥੋੜ੍ਹਾ ਮੁਸਕਰਾਏ ਤੇ ਅੱਖਾਂ ਬੰਦ ਕਰਕੇ ਧਿਆਨ ਲਾਇਆ। ਕੁਝ ਪਲਾਂ ਬਾਅਦ ਮਹਾਤਮਾ ਨੇ ਉੱਤਰ ਦਿੱਤਾ ਕਿ ਨਹੀਂ, ਭਗਵਾਨ ਨਹੀਂ ਹੈ। ਮਹਾਤਮਾ ਦੇ ਸਾਰੇ ਚੇਲੇ ਤੇ ਸ਼ਾਗਿਰਦ ਹੈਰਾਨ ਹੋ ਗਏ ਕਿ ਇਹ ਮਹਾਤਮਾ ਨੇ ਕੀ ਕਹਿ ਦਿੱਤਾ। ਪਰ ਉਸ ਇਨਸਾਨ ਨੂੰ ਜਵਾਬ ਮਿਲ ਗਿਆ ਤੇ ਉਹ ਮਹਾਤਮਾ ਬੁੱਧ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਚਲਾ ਗਿਆ। ਉਸੇ ਦਿਨ ਸ਼ਾਮ ਵੇਲੇ ਇੱਕ ਹੋਰ ਇਨਸਾਨ ਬੁੱਧ ਦੇ ਦਰਸ਼ਨ ਲਈ ਆਉਂਦਾ ਹੈ। ਉਹ ਵੀ ਥੋੜ੍ਹਾ ਪਰੇਸ਼ਾਨ ਲੱਗ ਰਿਹਾ ਹੈ। ਬੁੱਧ ਨੇ ਉਸ ਨੂੰ ਵੀ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਕਿ ਕੀ ਪਰੇਸ਼ਾਨੀ ਹੈ। ਉਹ ਕਹਿੰਦਾ, ਜੀ ਮੈਨੂੰ ਮੇਰੇ ਇੱਕ ਸਵਾਲ ਦਾ ਜਵਾਬ ਨਹੀਂ ਮਿਲ ਰਿਹਾ। ਮਹਾਤਮਾ ਕਹਿੰਦੇ, ਪੁੱਛ ਕੀ ਪੁੱਛਣਾ ਹੈ। ਉਸ ਇਨਸਾਨ ਨੇ ਵੀ ਉਹੀ ਸਵਾਲ ਪੁੱਛਿਆ ਕਿ ਹੇ ਮਹਾਤਮਾ, ਮੈਨੂੰ ਇਹ ਦੱਸੋ ਕਿ ਭਗਵਾਨ ਹੈ ਕਿ ਨਹੀਂ ਹੈ। ਮਹਾਤਮਾ ਫਿਰ ਮੁਸਕਰਾਏ ਤੇ ਧਿਆਨ ਲਾ ਕੇ ਬੈਠ ਗਏ। ਥੋੜ੍ਹੀ ਦੇਰ ਬਾਅਦ ਮਹਾਤਮਾ ਨੇ ਅੱਖਾਂ ਖੋਲ੍ਹੀਆਂ ਤੇ ਉੱਤਰ ਦਿੱਤਾ ਕਿ ਹਾਂ, ਭਗਵਾਨ ਹੈ। ਬੁੱਧ ਦੇ ਸਾਰੇ ਸ਼ਾਗਿਰਦ ਫਿਰ ਹੈਰਾਨ ਹੋ ਗਏ ਕਿ ਸੁਬਹ ਤਾਂ ਮਹਾਤਮਾ ਕੁਝ ਹੋਰ ਕਹਿੰਦੇ ਸੀ ਤੇ ਕੁਝ ਹੋਰ ਕਹਿ ਰਹੇ ਨੇ। ਉਹਨਾਂ ਦਾ ਤਾਂ ਬਾਅਦ 'ਚ ਦੱਸਦੇ ਨੇ, ਪਰ ਉਹ ਇਨਸਾਨ ਬੁੱਧ ਤੋਂ ਉੱਤਰ ਲੈ ਕੇ ਆਪਣਾ ਸਿਰ ਝੁਕਾ ਕੇ ਚਲਾ ਗਿਆ। ਕੁਝ ਦੇਰ ਬਾਅਦ ਜਦੋਂ ਬੁੱਧ ਆਰਾਮ ਕਰ ਰਹੇ ਸੀ ਤਾਂ ਉਹਨਾਂ ਦੇ ਜਗਿਆਸੂ ਚੇਲਿਆਂ ਨੇ ਪੁੱਛਿਆ ਕਿ ਹੇ ਮਹਾਤਮਾ, ਤੁਸੀਂ ਇੱਕ ਸਵਾਲ ਦਾ ਅਲੱਗ-ਅਲੱਗ ਉੱਤਰ ਕਿਉਂ ਦਿੱਤਾ? ਆਖਰ ਭਗਵਾਨ ਹੈ ਕਿ ਨਹੀਂ ਹੈ? ਬੁੱਧ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਸਵਾਲ ਇੱਕ ਨਹੀਂ, ਅਲੱਗ-ਅਲੱਗ ਸਨ, ਇਸ ਲਈ ਉਹਨਾਂ ਦਾ ਜਵਾਬ ਵੀ ਅਲੱਗ-ਅਲੱਗ ਦਿੱਤਾ ਜਾਵੇ। ਚੇਲੇ ਜੀ, ਉਹ ਕਿਵੇਂ? ਮਹਾਤਮਾ ਬੁੱਧ, ਜਿਹੜਾ ਪਹਿਲਾ ਇਨਸਾਨ ਆਇਆ ਸੀ, ਉਸਨੇ ਆਪਣੀ ਸਾਰੀ ਜ਼ਿੰਦਗੀ ਸਿਰਫ ਭਗਤੀ ਕੀਤੀ ਹੈ, ਹੋਰ ਕੁਝ ਨਹੀਂ। ਭਗਵਾਨ ਦੇ ਨਾਮ 'ਤੇ ਬਹੁਤ ਕੰਮ ਕੀਤਾ, ਆਪਣਾ ਕੁਝ ਨਹੀਂ ਬਣਾਇਆ। ਭਗਵਾਨ 'ਤੇ ਅਟੁੱਟ ਵਿਸ਼ਵਾਸ ਸੀ ਉਸਨੂੰ। ਉਸਨੇ ਆਪਣੀ ਜ਼ਿੰਦਗੀ ਰੱਬ ਦੇ ਲੇਖੇ ਲਾ ਦਿੱਤੀ। ਪਰ ਚੇਲੇ, ਪਰ ਕੀ ਮਹਾਤਮਾ ਬੁੱਧ, ਪਰ ਉਮਰ ਦੇ ਇਸ ਪੜਾਅ 'ਤੇ ਆ ਕੇ ਉਸਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਕਿ ਜੇ ਰੱਬ ਨਾ ਹੋਇਆ ਫਿਰ? ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ਭਗਵਾਨ ਦੇ ਲੇਖੇ ਲਾ ਦਿੱਤੀ ਤੇ ਆਪਣਾ ਕੁਝ ਬਣਾਇਆ ਹੀ ਨਹੀਂ, ਤੇ ਜੇ ਭਗਵਾਨ ਨਾ ਹੋਇਆ ਤਾਂ ਫਿਰ ਮੇਰੀ ਇਹ ਭਗਤੀ ਤਾਂ ਵਿਅਰਥ ਹੀ ਗਈ। ਉਹ ਇਹ ਸੋਚਣ ਲੱਗ ਪਿਆ ਕਿ ਭਗਵਾਨ ਅਸਲ ਵਿੱਚ ਹੈ ਕਿ ਨਹੀਂ ਹੈ। ਚੇਲੇ, ਫਿਰ ਤੁਸੀਂ ਇਸ ਤਰ੍ਹਾਂ ਕਿਉਂ ਕਿਹਾ ਕਿ ਭਗਵਾਨ ਨਹੀਂ ਹੈ? ਮਹਾਤਮਾ ਬੁੱਧ, ਦੇਖੋ, ਜਿਸ ਨੇ ਸਾਰੀ ਜ਼ਿੰਦਗੀ ਭਗਵਾਨ ਦਾ ਨਾਮ ਜਪਿਆ ਤੇ ਆਖਿਰ ਤੇ ਆ ਕੇ ਸ਼ੱਕ ਕਰਨ ਲੱਗ ਗਿਆ ਕਿ ਭਗਵਾਨ ਹੈ ਵੀ ਜਾਂ ਨਹੀਂ, ਤਾਂ ਫਿਰ ਉਸ ਲਈ ਭਗਵਾਨ ਨਹੀਂ ਹੈ। ਉਸ ਦੀ ਭਗਤੀ ਕੀਤੀ ਦਾ ਕੋਈ ਫਲ ਨਹੀਂ। ਜੇ ਉਸਨੇ ਵਿਸ਼ਵਾਸ ਹੀ ਗਵਾ ਦਿੱਤਾ ਕਿ ਰੱਬ ਹੈ ਕਿ ਨਹੀਂ, ਉਸ ਲਈ ਰੱਬ ਹੈ ਹੀ ਨਹੀਂ। ਚੇਲਾ, ਤੇ ਦੂਸਰਾ ਇਨਸਾਨ? ਮਹਾਤਮਾ ਬੁੱਧ, ਦੂਸਰਾ ਇਨਸਾਨ ਜੋ ਸੀ, ਉਸਨੇ ਆਪਣੀ ਸਾਰੀ ਜ਼ਿੰਦਗੀ ਕਦੇ ਵੀ ਰੱਬ ਦਾ ਨਾਮ ਨਹੀਂ ਲਿਆ। ਉਹ ਭਗਵਾਨ ਵਿੱਚ ਮੰਨਦਾ ਹੀ ਨਹੀਂ ਸੀ, ਬਲਕਿ ਭਗਵਾਨ ਨੂੰ ਉਲਟਾ ਸਿੱਧਾ ਵੀ ਬਹੁਤ ਬੋਲਦਾ। ਜੇ ਕੋਈ ਭਗਵਾਨ ਦੀ ਭਗਤੀ ਕਰਦਾ ਤਾਂ ਉਹਨੂੰ ਟੋਕਦਾ ਕਿ ਕਿਉਂ ਆਪਣਾ ਸਮਾਂ ਬਰਬਾਦ ਕਰ ਰਹੇ। ਜੋ ਹੈ ਹੀ ਨਹੀਂ, ਉਸ ਦਾ ਨਾਮ ਜਪੇ ਦਾ ਕੀ ਫਾਇਦਾ? ਉਸ ਇਨਸਾਨ ਨੇ ਸਿਰਫ ਕੰਮ ਕਰਿਆ, ਬਹੁਤ ਧਨ ਬਣਾਇਆ ਤੇ ਪਾਪ ਵੀ ਕੀਤੇ। ਪਰ ਚੇਲੇ, ਪਰ ਕੀ? ਮਹਾਤਮਾ ਬੁੱਧ, ਪਰ ਉਮਰ ਦੇ ਇਸ ਪੜਾਅ 'ਤੇ ਆ ਕੇ ਉਸਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਕਿ ਜੇ ਰੱਬ ਸੱਚੀ ਹੋਇਆ ਫਿਰ ਮੈਂ ਤਾਂ ਕਦੇ ਭਗਵਾਨ ਦਾ ਨਾਮ ਹੀ ਨਹੀਂ ਲਿਆ, ਕਦੇ ਭਗਤੀ ਨਹੀਂ ਕੀਤੀ। ਹੋਰ ਤਾਂ ਹੋਰ ਮੈਂ ਰੱਬ ਨੂੰ ਹਮੇਸ਼ਾ ਬੁਰਾ ਭਲਾ ਹੀ ਬੋਲਦਾ ਰਿਹਾ, ਰੱਬ ਦੀ ਭਗਤੀ ਕਰਨ ਵਾਲਿਆਂ ਨੂੰ ਰੋਕਦਾ ਰਿਹਾ। ਤੇ ਜੇ ਰੱਬ ਸੱਚੀ ਹੋਇਆ ਫਿਰ
ਮੇਰਾ ਕੀ ਬਣੇਗਾ? ਮੈਨੂੰ ਤਾਂ ਭਗਵਾਨ ਨੇ ਆਪਣੇ ਚਰਨਾਂ ਵਿੱਚ ਜਗ੍ਹਾ ਦੇਣੀ ਨਹੀਂ। ਰੱਬ ਨੇ ਮੈਨੂੰ ਕਦੇ ਮਾਫ਼ ਨਹੀਂ ਕਰਨਾ। ਚੇਲੇ ਕਿ ਜੇ ਫਿਰ ਤੁਸੀਂ ਉਸ ਨੂੰ ਇਹ ਕਿਉਂ ਕਿਹਾ ਕਿ ਰੱਬ ਹੈ? ਮਹਾਤਮਾ ਬੁੱਧ ਦੇਖੋ, ਜਿਸ ਨੇ ਸਾਰੀ ਉਮਰ ਰੱਬ ਦਾ ਨਾਮ ਨਾ ਲਿਆ ਹੋਵੇ, ਫਿਰ ਵੀ ਉਸਦੇ ਦਿਲ ਵਿੱਚ ਭਗਵਾਨ ਦਾ ਡਰ ਪੈਦਾ ਹੋ ਜਾਵੇ, ਉਸਦੇ ਦਿਲ ਵਿੱਚ ਰੱਬ ਆਪਣੀ ਜਗ੍ਹਾ ਬਣਾ ਲਵੇ, ਜਿਹੜਾ ਇਹ ਸੋਚਣ ਲੱਗ ਪਵੇ ਕਿ ਭਗਵਾਨ ਹੈ, ਤਾਂ ਫਿਰ ਉਸਦੇ ਲਈ ਭਗਵਾਨ ਹੈ। ਮਹਾਤਮਾ ਬੁੱਧ ਸਮਝਾਉਂਦੇ ਨੇ ਕਿ ਰੱਬ ਜਾਂ ਭਗਵਾਨ ਮੰਨਣ ਦੀ ਚੀਜ਼ ਹੈ। ਜੇ ਕੋਈ ਪਾਪੀ ਵੀ ਮੰਨ ਲਵੇਗਾ ਕਿ ਭਗਵਾਨ ਹੈ, ਤਾਂ ਉਸਦੇ ਲਈ ਭਗਵਾਨ ਹੈ। ਜੇ ਕੋਈ ਭਗਤੀ ਕਰਨ ਵਾਲਾ ਸ਼ੱਕ ਕਰਨ ਲੱਗ ਪਿਆ ਕਿ ਭਗਵਾਨ ਨਹੀਂ ਹੈ, ਤਾਂ ਫਿਰ ਉਸ ਲਈ ਭਗਵਾਨ ਨਹੀਂ ਹੈ। ਸੋ ਰੱਬ ਹੈ ਜਾਂ ਨਹੀਂ, ਇਹ ਸਿਰਫ ਮੰਨਣ ਦੀ ਗੱਲ ਹੈ, ਵਿਸ਼ਵਾਸ ਦੀ ਗੱਲ ਹੈ।